ਵਾਹਿਗੁਰੂ ਜੀ। ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख पेख को कह न सकत केहे अचल मूरत अनभव प्रकाश अमितोज कहिजै कोट इंद्र इंद्राण साहे सहान गणिजै त्रिभुवन महीप सुर नर असुर नेत नेत बन तृण कहत तव सर्ब नाम कथै कवन कर्म नाम वर्णत सुमत तव सर्ब नाम कथै कवन कर्म नाम वर्णत सुमत साधो मन का मान त्यागो काम क्रोध संगत दुर्जन की ताते अहनिस भागो साधो मन का मान त्यागो काम क्रोध संगत दुर्जन की ताते अहनिस भागो रहाओ सुख दुख दोनों सम कर जानै और मान अपमाना सुख दुख दोनों सम कर जानै और मान अपमाना हरख सोगते रहे अतीता तिन जग तत पछाना उस्तत निंदा दो त्यागै खोजै पद निर्बाना जन नानक एहो खेल कठन है किन्हू गुरमुख जाना उस्तत निंदा दो त्यागै उस्तत निंदा दो त्यागै खोजै पद निर्माना जन नानक एहो खेल कठन है किन्हू गुरमुख जना
ਨਾਮ ਅਵਗੁਣ ਭਰੇ ਏਕ ਗੁਣ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਸੁਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਤੇ ਮਿਲੰਤ ਜਮ ਇਕ ਅਰਦਾਸ ਪਾਟ ਕੀ ਰਤ ਕੀ ਦਾਸ ਰਾਖੋ ਸ਼ਰਨਾਈ ਸੁਖੋ ਟਲ ਗੁਰ ਸੇਵੀਐ ਟਹਿਨਸ ਸਹਿਜ ਦਰਸ਼ਨ ਪਰਸਿਐ ਗੁਰੂ ਕੈ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਹਰ ਸੋ ਕੁਰ ਸੋ ਚਟਿਐ ਤਿਜ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਤ। ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਤ। ਮਹੱਲਾ ਪੰਜਵਾ। ਰਾਮ ਰਮ ਹੋ ਬੜ ਭਾਗੀ ਹੋ ਜਲ ਥਲ ਮਹੀਅਲ ਸੋਏ ਨਾਨਕ ਨਾਮ ਅਰਾਧਿਐ ਵਿਘਨ ਨਾ ਲਾਗੈ ਕੋਏ। ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ ਦਰਗਹ ਪਵੈ ਥਾਏ। ਭਗਤਾ ਤੇਰੀ ਟੇਕ ਰਤੇ ਸੱਚ ਨਾਏ। ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ। ਭਗਤ ਤੇਰੇ ਦਇਆਲ ਓਨਾ ਮਿਹਰ ਪਾਏ। ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ। ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ। ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ।
ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨੌ ਨਿਤ ਸਭ ਥਾਈ ਹੋਏ ਸਹਾਈ। ਐਸੇ ਬੈਰਾਗ ਸਰੂਪ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਵਾਲੇ ਨਿਰਪਾਣ ਪਦ ਦੇ ਦਾਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਯਾਦ ਕਰਦਿਆਂ ਹੀ ਕੀ ਨਜ਼ਰ ਆਉਂਦਾ ਹੈ? ਵੱਖ ਵੱਖ ਦ੍ਰਿਸ਼ਟੀ ਹੈ, ਵੱਖਰੀ ਵੱਖਰੀ ਆਸਥਾ ਹੈ। ਕਈਆਂ ਦੀ ਅੱਖਾਂ ਸਾਹਮਣੇ ਗੁਰੂ ਪਾਤਸ਼ਾਹ ਦੀ ਫੋਟੋ ਆ ਜਾਂਦੀ ਹੈ, ਆਪਣੀ ਆਸਥਾ ਉਹਨਾਂ ਦੀ। ਕਈਆਂ ਨੂੰ ਯਾਦ ਕਰਦੇ ਆ ਦਿੱਲੀ ਚਾਂਦਨੀ ਚੌਂਕ ਆ ਜਾਂਦਾ ਹੈ, ਗੁਰੂ ਪਾਤਸ਼ਾਹ ਨੂੰ ਯਾਦ ਕਰਦੇ ਆ। ਕਈ ਯਾਦ ਕਰਦੇ ਹਨ ਗੁਰੂ ਪਾਤਸ਼ਾਹ ਨੇ ਦੁੱਖ ਦੂਰ ਕੀਤੇ। ਕਈ ਯਾਦ ਕਰਦੇ ਮਹਾਰਾਜ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਬਾਂਹ ਫੜੀ। ਆਪਣੀ ਆਪਣੀ ਆਸਥਾ ਹੈ, ਕਿਸੇ ਨੂੰ ਅਸੀਂ ਦੁਰਕਾਰ ਨਹੀਂ ਸਕਦੇ, ਸਭ ਪੱਲੇ ਹਨ। ਗੁਰੂ ਪਾਤਸ਼ਾਹ ਸਭਨਾਂ ਦੇ ਦਾਤੇ ਹਨ, ਸਾਂਝੇ ਹਨ। ਕੋਈ ਕਿਵੇਂ ਰੱਬ ਨੂੰ ਯਾਦ ਕਰਦਾ ਹੈ, ਕੋਈ ਕਿਵੇਂ ਕਰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ। ਇਹ ਪੰਕਤੀ ਜੇ ਸਾਡੇ ਚੇਤਨ ਵਿੱਚ ਹਮੇਸ਼ਾ ਸਾਨੂੰ ਯਾਦ ਰਵੇ ਨਾ, ਤੇ ਉਹ ਬੰਦਾ ਕਦੀ ਬਹੁਤਾ ਨਹੀਂ ਬੋਲਦਾ, ਕਿਸੇ ਦੇ ਖਿਲਾਫ ਵੀ, ਕਿਸੇ ਦੀ ਵਡਿਆਈ ਵਿੱਚ ਵੀ। ਉਸਤਤ ਨਿੰਦਾ ਦੋ ਤਿਆਗੈ। ਆਮ ਮਨੁੱਖ ਦੀ ਵਡਿਆਈ ਨਹੀਂ ਕਰਦਾ ਉਹ, ਤੇ ਨਿੰਦਾ ਵੀ ਨਹੀਂ ਕਰਦਾ। ਦੋਵਾਂ ਨੂੰ ਛੱਡਣਾ ਪੈਂਦਾ ਹੈ। ਜਿਸ ਨੂੰ ਲੋੜ ਹੈ ਖੋਜੈ ਪਦ ਨਿਰਵਾਣਾ, ਨਿਰਵਾਣ ਪਦ, ਇੱਕ ਸਹਿਜ ਅਵਸਥਾ ਦੀ, ਜਿੱਥੇ ਟਿਕਾ ਹੋਵੇ। ਅਸੀਂ ਸਾਰਾ ਦਿਨ ਦੁਨੀਆ ਦੇ ਕੰਮ ਕਰਦੇ ਹਾਂ, ਸਾਨੂੰ ਟਿਕਾ ਆਉਂਦਾ ਹੈ? ਦੁਨੀਆ ਦਾ ਕੰਮ ਕਰਦੇ ਹਾਂ, ਕੰਮ ਧੰਦੇ ਕਰਦੇ ਹਾਂ, ਕਿਸੇ ਨੂੰ ਟਿਕਾ ਨਹੀਂ ਆਉਂਦਾ। ਟਿਕਾ ਕਿਹਦੇ ਵਿੱਚ ਹੈ? ਵਾਹਿਗੁਰੂ ਵਾਹਿਗੁਰੂ। ਜਿਹਨੂੰ ਵਾਹਿਗੁਰੂ ਨੇ ਇਹ ਜਪਾ ਦਿੱਤਾ, ਜਿਹਦੇ ਹਿਰਦੇ ਵਿੱਚ ਇਹ ਵਸ ਗਿਆ, ਗੁਰੂ ਦੀ ਕਿਰਪਾ ਨਾਲ ਉਹਨਾਂ ਭਗਤਾਂ ਨੂੰ, ਉਹਨਾਂ ਪਿਆਰਿਆਂ ਨੂੰ ਟਿਕਾ ਆ ਗਿਆ। ਅੱਜ ਉਹਨਾਂ ਪਿਆਰਿਆਂ ਦੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਜਰੀ ਦੀ ਵਾਰ ਵਿੱਚ ਕਰ ਰਹੇ ਹਨ। ਕਿਹੜੇ ਪਿਆਰੇ ਹਨ, ਕਿੰਨਾ ਕਿੰਨਾ ਨੂੰ ਆਤਮ ਰਸ ਆਉਂਦਾ ਹੈ।
ਟਿਕਾ ਦੀ ਅਵਸਥਾ, ਭਗਤਾਂ ਦਾ ਜੀਵਨ ਗੁਰੂ ਪਾਤਸ਼ਾਹ ਫਰਮਾਨ ਕਰਦੇ, ਆਓ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਾਤਸ਼ਾਹ ਕਿਰਪਾ ਕਰਨ, ਕੰਨਾਂ ਦੇ ਡੋਨਿਆਂ ਦੁਆਰਾ ਵਾਹਿਗੁਰੂ ਰਸ ਛਕੀਏ, ਗੁਰੂ ਦੀ ਵਡਿਆਈ ਨੂੰ ਗ੍ਰਹਿਣ ਕਰੀਏ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਜਾਂ ਕਉ ਭਏ ਕਿਰਪਾਲ ਪ੍ਰਭ, ਹਰ ਹਰ ਸੇ ਜਪਾਤ। ਗੋਜਰੀ ਦੀ ਵਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਲੋਕ ਹਨ ਤੇ ਉਹਨਾਂ ਦੀ ਹੀ ਪੌੜੀ ਹੈ। ਗੁਰੂ ਪਾਤਸ਼ਾਹ ਫਰਮਾਨ ਕਰਦੇ, ਰੱਬ ਜੀ ਕਿਹੜਾ ਰੱਬ ਦਾ ਨਾਮ ਜਪਦਾ ਹੈ ਜਿਸ ਨੂੰ ਤੁਸੀਂ ਆਪ ਜਪਾਉਂਦੇ ਹੋ। ਸਾਡੇ ਮਨਾਂ 'ਚ ਆ ਜਾਂਦਾ ਹੈ ਕਿ ਸਿਮਰਨ ਨਹੀਂ ਹੋ ਰਿਹਾ। ਅੱਜ ਅੰਮ੍ਰਿਤ ਵੇਲਾ ਖੁੱਸ ਗਿਆ, ਅੱਜ ਸਾਧ ਸੰਗਤ ਵੀ ਜਾਣ ਦਾ ਸਮਾਂ ਨਹੀਂ ਮਿਲਿਆ। ਬਖਸ਼ਿਸ਼। ਹੁਣ ਇੱਥੇ ਗੱਲ ਪਕੜਨਾ, ਇੱਥੇ ਹਉਮੈ ਨਹੀਂ ਰਹਿੰਦੀ। ਜਦੋਂ ਪੂਰੀ ਨਿਮਰਤਾ ਆ ਜਾਵੇ ਨਾ, ਹਉਮੈ ਖਤਮ ਤੇ ਫਿਰ ਬਖਸ਼ਿਸ਼ ਹੁੰਦੀ। ਜਿੱਥੇ ਬਖਸ਼ਿਸ਼ ਹੋ ਗਈ, ਹਰ ਹਰ ਸਈ ਜਪਾਤ, ਵਾਹਿਗੁਰੂ ਸਈ, ਵਾਹਿਗੁਰੂ ਜਪਾਉਂਦਾ ਆਪਣੇ ਆਪ। ਅਸੀਂ ਕਹਿੰਦੇ ਮੈਂ ਜਪ ਲਵਾਂ, ਠੀਕ ਹੈ, ਭਲਾ ਹੈ, ਬੁਰਾ ਕੋਈ ਚੀਜ਼ ਨਹੀਂ। ਭਗਤੀ ਜਿਵੇਂ ਮਰਜ਼ੀ ਕਰੋ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਿਵੇਂ ਮਰਜ਼ੀ। ਇੱਕ ਖੁੱਲੀ ਛੂਟ ਦਿੱਤੀ ਰੱਬ ਨੇ, ਵਾਹਿਗੁਰੂ ਜਿਵੇਂ ਮਰਜ਼ੀ। ਆਪਣੇ ਚੇਤੇ 'ਚ ਰੱਖੀਏ, ਜਿੱਥੇ ਵੀ ਜਾ ਸਕਦੇ ਹਾਂ ਵਾਹਿਗੁਰੂ ਜਪ ਸਕਦੇ ਹਾਂ। ਬੰਦਾ ਜਦੋਂ ਕਰਦਾ ਹੈ ਨਾ ਕਿ ਮੈਂ, ਉਦੋਂ ਥੋੜੀ ਜਿਹੀ ਹਉਮੈ ਹੁੰਦੀ ਕਿ ਮੈਂ ਜਾਪ ਕਰ ਰਿਹਾ, ਮੈਂ ਪਾਠ ਕਰ ਰਿਹਾ, ਇਤਨੇ ਪਾਠ ਮੈਂ ਕਰ ਲਏ, ਇਤਨੀ ਤੀਰਥ ਯਾਤਰਾ ਕਰ ਲਈ। ਇਹ ਹੈ ਤਾਂ ਭਗਤੀ ਹੈ, ਤੀਰਥ ਯਾਤਰਾ ਕਰਨੀ ਭਗਤੀ ਹੈ, ਪਾਠ ਕਰਨਾ ਭਗਤੀ ਹੈ। ਪਰ ਪਾਤਸ਼ਾਹ ਕਹਿੰਦੇ ਉੱਥੇ ਥੋੜੀ ਜਿਹੀ ਹਉਮੈ ਰਹਿ ਜਾਂਦੀ ਹੈ। ਜਦੋਂ ਵਾਹਿਗੁਰੂ ਹਉਮੈ ਮੁਕਾਉਂਦਾ ਹੈ ਤੇ ਫਿਰ ਜਾਪ ਆਪਣੇ ਆਪ ਹੀ ਚੱਲਦਾ ਹੈ। ਉਸ ਅਵਸਥਾ ਨੂੰ ਮਹਾਰਾਜ ਇੱਥੇ ਬਿਆਨ ਕਰਦੇ, ਜਿਨ੍ਹਾਂ ਉੱਤੇ ਵਾਹਿਗੁਰੂ ਨੇ ਮਿਹਰ ਕੀਤੀ, ਦਇਆ ਦੇ ਘਰ ਵਿੱਚ ਵਾਹਿਗੁਰੂ ਪ੍ਰਮਾਤਮਾ ਆਏ ਤੇ ਉਹਨਾਂ ਤੋਂ ਵਾਹਿਗੁਰੂ ਕੀ ਕਰਦਾ ਹੈ? ਹਰ ਹਰ ਸਈ ਜਪਾਤ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਵਾਹਿਗੁਰੂ ਜਪਾ ਲੈਂਦਾ ਆਪਣੇ ਆਪ। ਜਪਾਉਂਦਾ ਉਹਨਾਂ ਤੋਂ ਹੈ ਜਿਨ੍ਹਾਂ ਤੇ ਕਿਰਪਾ ਕਰਦਾ ਹੈ। ਹੁਣ ਇਹ ਨਹੀਂ ਵੀ ਤੂੰ ਛੱਡ ਦੇਣਾ, ਇਹ ਵੀ ਨਹੀਂ ਵੀ ਅਸੀਂ ਛੱਡ ਦੇਣਾ, ਸਾਡੇ ਤੇ ਕਿਰਪਾ ਨਹੀਂ ਹੋ ਰਹੀ। ਐਵੇਂ ਕਿਰਪਾ ਹੋਣੀ ਅੱਗੇ। ਕਿਰਪਾ ਹੁੰਦੀ ਹੈ ਵੀ ਹੱਥ ਜੋੜ ਕੇ ਖੜੇ ਰਹੋ, ਭਾਈ ਪਾਤਸ਼ਾਹ ਰਹਿਮਤ ਕਰਨਾ। ਉਹ ਕਦੀ ਤਾਂ ਕਿਰਪਾ ਕਰੇਗਾ। ਉਹਦਾ ਨਾਮ ਹੀ ਕੀ ਹੈ? ਕਿਰਪਾਲੂ, ਦਿਆਲੂ, ਰਹੀਮ, ਕਰੀਮ। ਸਾਰੇ ਨਾਮ ਕਿਰਪਾ ਵਾਲੇ ਹਨ। ਉਹਨੇ ਕਿਰਪਾ ਕਰਨੀ ਹੈ। ਐ ਵਾਹਿਗੁਰੂ ਜੀ, ਜਾ ਕੋ ਭਏ ਕਿਰਪਾਲ ਪ੍ਰਭ,
ਹਰ ਹਰ ਸਈ ਜਪਾ। ਤੁਸੀਂ ਵਾਹਿਗੁਰੂ ਆਪ ਹੀ ਉਹਨਾਂ ਪਿਆਰਿਆਂ ਤੋਂ ਆਪਣਾ ਨਾਮ ਜਪਾਉਂਦੇ ਹੋ। ਨਾਨਕ ਪ੍ਰੀਤ ਲੱਗੇ ਤਿਨ ਰਾਮ ਸਿਓ, ਭੇਟਤ ਸਾਧ ਸੰਗਤ। ਉਹਨਾਂ ਭਗਤਾਂ ਦੀ ਪ੍ਰੀਤ ਲੱਗ ਗਈ ਪਰਮਾਤਮਾ ਨਾਲ। ਕਿਵੇਂ ਲੱਗੀ ਜੀ? ਕੋਈ ਕਾਰਨ ਬਣਿਆ? ਹਾਂ ਜੀ, ਭੇਟਤ ਵਿਲਾਪ ਹੋਇਆ, ਭੇਟਾ ਦਿੱਤੀ। ਸਾਧ ਸੰਗਾਤ, ਸਾਧੂ ਸੰਗ ਕਰਕੇ, ਮਹਾਂਪੁਰਖਾਂ ਦਾ ਸੰਗ ਕਰਕੇ, ਗੁਰੂ ਕੀ ਸੰਗਤ ਕਰਕੇ, ਇਹ ਸਾਧ ਸੰਗਤ ਕਰਕੇ ਉਹਨਾਂ ਦਾ ਰੱਬ ਨਾਲ ਮਿਲਾਪ ਹੋ ਗਿਆ। ਇਹ ਜ਼ਰੂਰੀ ਹੈ ਸਾਧਕ ਲਈ। ਜਿਹੜਾ ਸੰਗਤ ਨਹੀਂ ਕਰਦਾ ਉਹਦਾ ਮਿਲਾਪ ਵੀ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਸੰਗਤ ਦੇਖ ਕੇ ਕਰਦੇ ਹਾਂ, ਫਲਾਣੀ ਸੰਗਤ ਕਰੀਏ, ਫਲਾਣੀ ਕਰੀਏ। ਜਿੱਥੇ ਗੁਰੂ ਪਾਤਸ਼ਾਹ ਦੀ ਗੱਲ ਹੋਵੇ ਨਾ, ਉਹ ਰੱਬ ਦੀ ਸੰਗਤ ਹੈ। ਰੱਬ ਦੀ ਸੰਗਤ ਵਿੱਚ ਬੈਠਾਂਗੇ, ਕੁਛ ਜਪਣ ਨੂੰ ਮਿਲੇਗਾ, ਕੁਛ ਸੁਣਨ ਨੂੰ ਮਿਲੇਗਾ। ਕੰਨ ਰਸ ਨਹੀਂ, ਆਤਮ ਰਸ ਲਈ, ਸਹਿਜ ਰਸ ਲਈ। ਤਾਂ ਹੀ ਉਹ ਪਿਆਰੇ ਹਨ। ਭੇਟਤ ਸਾਧ ਸੰਗਾਤ, ਭੇਟਤ ਸਾਧ ਸੰਗਾਤ। ਭੇਟਤ ਸਾਧ ਸੰਗਤ, ਭੇਟਤ ਸਾਧ ਸੰਗਤ। ਭੇਟਤ ਸਾਧ ਸੰਗਾਤ, ਭੇਟਤ ਸਾਧ ਸੰਗਾਤ। ਭੇਟਤ ਸਾਧ ਸੰਗਤ, ਭੇਟਤ ਸਾਧ ਸੰਗਤ। ਜਦੋਂ ਕਿਸੇ ਸਾਧੂ ਸੰਗ ਦਾ ਮਿਲਾਪ ਹੁੰਦਾ ਹੈ, ਭੇਟ ਪਰਚਾ ਪੈਂਦਾ ਹੈ, ਤੇ ਵਾਹਿਗੁਰੂ ਉਸ ਰਾਹੀਂ ਉਹਨੂੰ ਹੋਰ ਜਪਾਉਂਦਾ। ਚੱਲ ਭਾਈ ਜਪ। ਉਹ ਜਪਦਾ ਹੈ ਭਾਈ, ਉਹਨਾਂ ਉੱਤੇ ਕਿਰਪਾ ਹੁੰਦੀ। ਤਾਂ ਪਾਤਸ਼ਾਹ ਫਰਮਾਨ ਕਰਦੇ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ। ਉਹਨਾਂ ਦੀ ਉਹਨਾਂ ਦੀ ਪ੍ਰੀਤ ਲੱਗ ਗਈ। ਇੱਕ ਐਸੀ ਪੀੜੀ ਪਾਈ ਗੰਢ, ਪੱਕੀ ਗੰਢ ਪੈ ਗਈ ਉਹਨਾਂ ਦੀ ਰੱਬ ਦੇ ਨਾਮ ਨਾਲ, ਕਿ ਰੱਬ ਤੋਂ ਦੂਰ ਹੁੰਦੇ ਹੀ ਨਹੀਂ ਉਹ ਭਗਤ। ਉਹ ਰੱਬ ਉਹਨਾਂ ਦੇ ਸਾਹਮਣੇ ਆ ਕੇ ਬਹਿ ਜਾਂਦਾ ਹੈ। ਨਾਮਦੇਵ ਜੀ ਬੈਠੇ ਸਨ, ਰੱਬ ਜੀ ਸਾਹਮਣੇ ਆ ਕੇ ਬੈਠ ਗਏ। ਬੈਠੇ ਰਹੇ, ਨਾਮਦੇਵ ਜਪਦੇ ਰਹੇ। ਰੱਬ ਕਹਿਣ ਲੱਗੇ, ਜਾਵਾਂ ਹੁਣ ਮੈਂ, ਬੜੇ ਕੰਮ ਹਨ। ਕਹਿੰਦਾ ਬਾਦਸ਼ਾਹ ਬੈਠੇ ਰਹੋ ਜੀ। ਬੈਠੇ ਰਹੇ ਰੱਬ ਜੀ। ਹੁਣ ਬੈਠੇ ਤੇ ਹਿਰਦੇ ਵਿੱਚ ਇੱਕੋ ਹੀ ਸਾਹਮਣੇ, ਇੱਕੋ ਹੀ ਰੂਪ। ਨਾਮਦੇਵ ਜੀ ਕਹਿਣ ਲੱਗੇ, ਰੱਬ ਜੀ ਚਲੋ ਕੋਈ ਰੱਬ ਦੀ ਗੱਲਾਂ ਕਰੀਏ। ਕਹਿੰਦੇ ਕਰ ਲੈਂਦੇ ਆ ਜੀ, ਅਸੀਂ ਇਸੇ ਕੰਮ ਲਈ ਆਏ ਆ। ਰੱਬ ਜੀ ਇਹ ਦੱਸੋ, ਤੁਸੀਂ ਵੱਡੇ ਹੋ ਕਿ ਅਸੀਂ ਵੱਡੇ ਆ? ਰੱਬ ਕਹਿਣ ਲੱਗਾ, ਭਾਈ ਤੂੰ ਦੱਸ ਦੇ, ਤੂੰ ਹੀ ਵੱਡਾ ਹੈ, ਮੈਂ ਤਾਂ ਛੋਟਾ ਹੀ ਆ। ਕਹਿੰਦਾ ਨਹੀਂ, ਦੱਸੋ ਮਹਾਰਾਜ। ਰੱਬ ਨੇ ਹੁਣ ਉਹਨਾਂ ਦੇ ਅੰਦਰੋਂ ਬਚਨ ਕਢਾਏ, ਵੱਡਾ ਕੌਣ ਹੈ? ਰੱਬ ਕਹਿਣ ਲੱਗਾ, ਸੁਣ ਭਾਈ, ਮੇਰੀ ਬਾਂਦੀ ਭਗਤ ਛੁਡਾਵੇ। ਜੇ ਮੈਂ ਕਿਸੇ ਨੂੰ ਬੰਨ ਦੇਵਾਂ ਤੇ ਮੇਰੇ ਭਗਤ ਕਹਿੰਦੇ ਛੱਡ ਦੇ ਯਾਰ, ਆਪਣਾ ਹੀ ਬੰਦਾ ਹੈ। ਇਹੀ ਹੁੰਦਾ ਨਾ, ਛੱਡ ਦੋ ਜੀ, ਆਪਣਾ ਹੀ ਬੰਦਾ ਹੈ, ਆਪਣਾ ਸੰਗੀ ਸਾਥੀ, ਛੱਡ ਦੋ ਇਹਨੂੰ। ਮੇਰੀ ਬਾਂਦੀ ਭਗਤ ਛੁਡਾਵੇ। ਬੰਦ ਹੈ ਭਗਤ ਨਾ ਛੂਟੈ ਮੋਹੇ। ਜੇ ਭਗਤ ਕਿਸੇ ਨੂੰ ਬੰਨ ਦੇਣ ਨਾ, ਛੱਡਣਾ ਨਹੀਂ ਰੱਬ ਜੀ ਇਹਨੂੰ, ਪੱਕਾ ਢੀਠ ਹੈ, ਪੱਕਾ ਛੱਡਣਾ ਨਹੀਂ ਇਹਨੂੰ। ਰੱਬ ਕਹਿੰਦਾ ਛੱਡਣਾ ਨਹੀਂ ਇਹਨੂੰ ਭਾਈ। ਰੱਬ ਹੀ ਨਹੀਂ ਛੱਡਦਾ, ਧਿਆਨ ਰੱਖਣਾ। ਬੰਦ ਹੈ ਭਗਤ ਨਾ ਛੂਟੈ ਮੋਹੇ। एक समय ऐसा भी आउंदा है, मोह को गह बंद है, मनु पक्की तरह बन लेंदे भगत।
साची प्रीत हम तुमसे जोड़ी, पक्की प्रेम दियां डोरियां पाके। एक समय मोको गह बांधै, तो फुन मोह पै जवाब न। मैं की बोला, तो फुन मोह पै जवाब ना होए। मैं कोई जवाब दे ही नहीं सकता। बन्निया मुंह, रब बन्निया सामने बैठा सी, किथे जावां जी, नहीं जाना। ਹੁਣ ਜਿੱਥੇ ਪ੍ਰੇਮ ਹੋਵੇ ਨਾ, ਧਿਆਨ ਰੱਖਣਾ, ਉੱਥੇ ਹਰ ਕੰਮ ਕਰਨਾ ਪੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਕਿਸੇ ਮਿੱਤਰ ਦਾ ਪਿਆਰ ਹੋਵੇ ਨਾ, ਉਹਨੇ ਕਿਹਾ ਬੈਠਾ ਰਹਿ ਤੇ ਬੈਠਾ ਰਹਿ। ਪਿਆਰ ਦੀ ਗੱਲ ਹੈ, ਕੋਈ ਦੁਨਿਆਵੀ ਮੋਹ ਆਦਿਕ ਦੀ ਗੱਲ ਨਹੀਂ। एक समय मोह को गह बांधै, तो फुन मोह पै जवाब ना होए। तां मेरे कोल कोई जवाब नहीं। मैं गुण बंद, मैं गुण बंद सगल की जीवन। रब जी कहन लगे, भगत जी मैं तां गुणा दे अधीन बन्निया होया। ਜਿਹੜਾ ਮੈਨੂੰ याद करदा ना गुणा करके, दयालु कृपालु, मैं बन्निया होया उन्हां च। मैं गुण बंद सगल की जीवन, सारे जीवां दा मैं आसरा हां। पर मेरी जीवन मेरे दास, मेरा आसरा मेरे भगत हन। फिर कौन बड़ा होया जी? रब के भगत। रब जी कहने तुसी वड्डे हो महाराज, भगत जी तुसी वड्डे हो। इस करके भगत भी रब दे प्यारे हैं, जिन्हें प्रेम दियां डोरियां पाके रब नूं बन लिया। होर कोई नहीं बन सकिया खालसा जी। वड्डे वड्डे अमीर नहीं बन सके, ज्ञानी ध्यानी नहीं बन सके, भगतां ने बन लिया। जदों बन्निया, लोड़ पई रब खालसा छड़ सिंघासन हर जी आए। लोड़ पई ना, छड़ सिंघासन हर जी आए, छड़ सिंघासन हर जी आए। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਉਹ ਆਪਣਾ ਸਿੰਘਾਸਨ ਛੱਡ ਕੇ ਰੱਬ ਦੌੜ ਕੇ ਆਉਂਦਾ। ਦੱਸੋ ਭਗਤ ਜੀ ਕੀ ਗੱਲ ਹੈ? ਭਗਤ ਪ੍ਰਹਲਾਦ ਨੂੰ ਸਿੰਘਾਸਨ ਛੱਡ ਕੇ ਬਚਾਉਣ ਲਈ ਆ ਗਏ। ਉਹ ਹੈ ਭਗਤ। ਨਾਨਕ ਪ੍ਰੀਤ ਲੱਗੀ, ਉਹਨਾਂ ਦੀ ਪ੍ਰੀਤ ਐਸੀ ਲੱਗ ਗਈ, ਐਸਾ ਪ੍ਰੇਮ ਪਿਆ ਉਹਨਾਂ ਦਾ। ਤਿੰਨ ਰਾਮ ਸਿਉ ਵਾਹਿਗੁਰੂ ਰੱਬ ਦੇ ਨਾਮ ਨਾਲ ਰਮੇ ਹੋਏ। ਨਾਲ ਰਾਮ ਰਮਿਆ ਹੋਇਆ ਵਾਹਿਗੁਰੂ, ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ। ਜੇ ਨਹੀਂ ਜਪਾਂਗੇ ਨਾ, ਕੁਛ ਨਹੀਂ ਬਣਨਾ। ਫਿਰ ਨਾ ਕਹਿ ਦੇਣਾ ਸੰਗਤ ਵੀ ਰੋਜ਼ ਕਰਦੇ ਰਹੇ ਜੀ, ਬਾਣੀ ਵੀ ਇਤਨੀ ਪੜ੍ਹਦੇ ਰਹੇ, ਕੁਝ ਬਣਿਆ ਹੀ ਨਹੀਂ। ਇਹੀ ਬਣਾਵੇਗਾ, ਬਹੁਤੀਆਂ ਗੱਲਾਂ ਨਹੀਂ। ਵਾਹਿਗੁਰੂ ਉਠਤ ਬੈਠਤ ਸੋਵਤ ਨਾਮ, ਬਾਣੀ ਚ ਹਰ ਅੱਖਰ ਚ ਇਹੀ ਹੈ। ਫਿਰ ਇਹ ਤਾਂ ਕਰਦੇ ਨਹੀਂ। ਮੰਗਦੇ ਤਾਂ ਹਾਂ ਪਾਤਸ਼ਾਹ ਤੇਗ ਬਹਾਦਰ ਜੀ ਸੁਖ ਦੇ ਦੀ। ਉਹ ਰੱਬ ਕਹਿੰਦਾ ਜਪਦਾ ਤੇ ਹੈ ਨਹੀਂ, ਤੇਗ ਬਹਾਦਰ ਸਿਮਰੇ। ਸਿਮਰਨ ਤਾਂ ਤੂੰ ਕਰਦਾ ਨਹੀਂ, ਮੰਗਦਾ ਸੁੱਖ ਹੈ ਭਾਈ, ਨਹੀਂ ਮਿਲਣਾ। ਯਾਦ ਕਰ ਵਾਹਿਗੁਰੂ 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 ਵਾਹਿਗੁਰੂ। ਜਿਤਨਾ ਹੋ ਸਕੇ ਗੁਰੂ ਦੀ ਕਿਰਪਾ ਨਾਲ ਜਿਤਨਾ ਵਾਹਿਗੁਰੂ ਕਰਵਾ ਲੈਣ, ਉਤਨਾ ਭਾਈ ਲੱਗੇ ਰਹੀਏ। ਇਹਦੇ ਤੇ ਕੋਈ ਮੁੱਲ ਨਹੀਂ।
ਇਹ ਤਾਂ ਕੋਈ ਇਹ ਨਹੀਂ ਵੀ ਮੈਂ ਨਹਾਤਾ ਨਹੀਂ ਤਾਂ ਵੀ ਜਪ ਸਕਦਾ ਹੈ, ਬੈੱਡ ਤੇ ਲੇਟਿਆ ਪਿਆ, ਲੇਟਣ ਲੱਗਾ ਤਾਂ ਵੀ ਜਪ ਸਕਦਾ ਹੈ, ਉੱਠਣ ਲੱਗਿਆ ਤਾਂ ਵੀ ਜਪ ਸਕਦਾ ਹੈ, ਜਾਗ ਖੁੱਲ ਗਈ ਤਾਂ ਵੀ ਜਪ ਸਕਦਾ ਹੈ, ਰਾਤ ਨੂੰ ਨਹਾਉਂਦਿਆਂ ਧੋਂਦਿਆਂ ਜਪ ਸਕਦਾ ਹੈ। ਭਾਈ ਇਹ ਤਾਂ ਅੰਦਰ ਜਪਣਾ ਹੈ। ਇਹ ਤਾਂ ਕੋਈ ਖਾਲਸਾ ਜੀ, ਇਹ ਤਾਂ ਕੋਈ ਨਿਯਮ ਰੱਖੇ ਨੇ ਰੱਬ ਨੇ, ਬਾਣੀ ਦਾ ਨਿਯਮ ਰੱਖਿਆ। ਬਾਣੀ ਕਹਿ ਲੋ ਸੁੱਚਮ ਨਾਲ ਪੜੋ, ਇਹ ਤਾਂ ਅੰਦਰ ਹੀ ਚਲੀ ਜਾਣਾ ਹੈ। ਇਹ ਤਾਂ ਛਕਦਿਆਂ ਵੀ ਵਾਹਿਗੁਰੂ, ਜਦੋਂ ਬੁਰਕੀ ਚ ਬਾਣੀ ਹੈ ਉਦੋਂ ਵੀ ਵਾਹਿਗੁਰੂ। ਇਹ ਤਾਂ ਹਰ ਵੇਲੇ ਹੈ ਨਾ। ਪਾਣੀ ਪੀਣਾ, ਪਾਣੀ ਅੰਦਰ ਜਾ ਰਿਹਾ, ਉਹਦੇ ਨਾਲ ਸੁਰਤੀ ਨਾ ਹੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਤਾਨੋ ਪਿਆਰੇ ਹਨ ਜਿਨ੍ਹਾਂ ਦੀ ਐਸੀ ਰੱਬ ਨਾਲ ਪ੍ਰੀਤ ਲੱਗੀ ਕਿ ਟੁੱਟਦੀ ਨਹੀਂ। ਉਹ ਕਿਵੇਂ ਜੁੜੀ? ਭੇਟਤ ਸਾਧ ਸੰਗਾਤ, ਸਾਧ ਸੰਗਤ ਕਰਦਿਆਂ ਉਹਨਾਂ ਦੀ ਸੁਰਤੀ ਜੁੜ ਗਈ। ਮਹੱਲਾ ਪੰਜਵਾ। ਰਾਮ ਰਮਹੁ ਬੜ ਭਾਗੀ ਹੋ, ਜਲ ਥਲ ਮਹਿਅਲ ਸੋਏ। ਗੁਰੂ ਅਰਜਨ ਦੇਵ ਮਹਾਰਾਜ ਦੂਜਾ ਸ਼ਲੋਕ ਫਿਰ ਫਰਮਾਨ ਕਰਦੇ, ਐ ਵੱਡੇ ਭਾਗਾਂ ਵਾਲਿਓ, ਉਸ ਵਾਹਿਗੁਰੂ ਦਾ ਸਿਮਰਨ ਕਰੀਏ ਜਿਹੜਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਅਲ, ਮਹੀ ਅਲ, ਮਹੀ ਧਰਤੀ, ਅਲ ਉੱਤੇ ਖਾਲੀ ਜਗ੍ਹਾ ਤੇ ਵੀ ਹੈ। ਮਹੀ ਕਹਿੰਦੇ ਧਰਤੀ, ਅਲ ਧਰਤੀ ਉੱਤੇ ਖਾਲੀ ਜਗ੍ਹਾ ਜਿਤਨੀ। ਭਾਵ ਵਿਆਪਕ ਰੂਪ ਵਿੱਚ ਵਾਹਿਗੁਰੂ ਸਾਰੀ ਥਾਵਾਂ ਤੇ ਹੈ, ਉਹਨੂੰ ਯਾਦ ਕਰੀਏ। ਰਾਮ, ਉਹ ਰਾਮ ਜਿਹੜਾ ਹਰ ਇੱਕ ਦੇ ਹਿਰਦੇ ਵਿੱਚ ਹੈ, ਰਮਿਆ ਹੋਇਆ ਹੈ, ਉਹਦਾ ਸਿਮਰਨ ਕਰੀਏ। ਭਾਈ ਸਿਮਰਨ ਕਰਨ ਤੋਂ ਬਿਨਾ ਆਨੰਦ ਨਹੀਂ ਆਉਂਦਾ। ਨਾਨਕ ਨਾਮ ਅਰਾਧਿਆ, ਵਿਗਣ ਨਾ ਲਾਗੈ ਕੋਏ। ਆਮ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਮਿਲਦਾ ਹੈ? ਉਹ ਜਿਹੜੇ ਕਰਦੇ ਨਹੀਂ ਉਹੀ ਕਹਿੰਦੇ, ਜਿਹੜੇ ਕਰਦੇ ਹਨ ਵਾਹਿਗੁਰੂ। ਅੱਧਾ ਮਿੰਟ ਸਾਰੇ ਕਰਨਾ, ਕੁਛ ਨਹੀਂ ਸੋਚਣਾ ਕਿਸੇ ਨੇ, ਕੋਈ ਫੁਰਨਾ ਨਾ ਲੈਣਾ। ਅੱਧਾ ਮਿੰਟ ਤਾਂ ਸਾਰੇ ਕਰ ਸਕਦੇ ਆ ਨਾ। ਮਨ ਦੇ ਖਿਆਲ ਰੋਕ ਕੇ ਚਲੋ ਅੱਧਾ ਮਿੰਟ ਸਾਰੇ, ਕੀ ਮਿਲੇਗਾ ਆਪੇ ਦੇਖ ਲੈਣਾ। ਵਾਹਿਗੁਰੂ ਅਤੀਆਂ ਚਿੰਤਾਵਾਂ ਪਾਤਸ਼ਾਹ ਨੇ ਹੁਣੇ ਮੁਕਾ ਛੱਡੀਆਂ। ਇਹ ਬੀਪੀ ਹਾਈ ਲੋ ਪਾਤਸ਼ਾਹ ਇੱਕ ਬੈਲੈਂਸ ਕਰ ਲੈਂਦਾ ਹੈ। ਡਿਪਰੈਸ਼ਨ ਦੀ ਅਵਸਥਾ ਨੂੰ ਪ੍ਰਮਾਤਮਾ ਬੈਲੈਂਸ ਵਿੱਚ ਲਿਆਂਦਾ ਹੈ। ਤੇ ਅੰਦਰੋਂ ਕੀ ਕੀ ਦੇ ਰਿਹਾ ਬਸ ਉਹਦੀ ਤਾਂ ਖਾਲਸਾ ਜੀਓ ਗਿਣਤੀ ਨਹੀਂ। ਅੱਧਾ ਮਿੰਟ ਜੇ ਰੱਬ ਨੇ ਕਰਵਾਇਆ ਤੇ ਇਤਨਾ ਲਾਹਾ ਮਿਲਿਆ, ਇਹ ਪਾਤਸ਼ਾਹ ਹੋਰ ਕਰਾਵੇਗਾ ਤੇ ਕਿਤਨਾ ਮਿਲੇਗਾ? ਉਹ ਤਾਂ ਅਣਗਿਣਤ ਹੈ ਨਾ। ਇਹ ਅਸੀਂ ਕਰਦੇ ਨਹੀਂ ਬਸ। ਨਾਨਕ ਨਾਮ ਅਰਾਧਿਆ, ਧੱਦੇ ਨੂੰ ਸਿਹਾਰੀ ਹੈ, ਅਰਾਧਿਆ। ਅਸੀਂ ਸਿਹਾਰੀ ਸੁਰੀ ਖਾ ਜਾਂਦੇ ਹਾਂ, ਚਲੋ ਖਾ ਲਓ, ਇਹ ਖਾਣ ਵਾਸਤੇ ਹੈ। ਪਾਤਸ਼ਾਹ ਕਹਿੰਦੇ ਖਾਣੀ ਨਹੀਂ, ਇਹਨੂੰ ਬੋਲਣਾ ਹੈ। ਖਾਣੀ ਹੈ ਨਾ, ਬੋਲ ਕੇ ਅੰਦਰ ਛਕ ਜੋ। ਧਿਆਨ ਸਾਧਨਾ ਨਾਲ ਵੀ ਕੀ ਭਾਵ ਹੈ ਦਾ? ਅਰਾਧਿਆ, ਰੱਬ ਦਾ ਨਾਮ ਅਰਾਧਿਆ, ਅਰਾਧੀਏ, ਅਰਾਧਨਾ ਕਰੀਏ, ਅਰਾਧਨ ਨਾਲ। ਅਰਾਧਿਆ ਅਰਾਧਨ ਨਾਲ, ਹਰ ਪੱਖ ਦਾ ਭਾਵ ਹੈ। ਜਿਵੇਂ ਹਰ ਪੜ੍ਹਾਈ ਹੁੰਦੀ ਨਾ, ਕੈਮਿਸਟਰੀ, ਬਾਇਓਲੋਜੀ, ਇਸੇ ਤਰ੍ਹਾਂ ਇਹ ਵੀ ਬਹੁਤ ਡੂੰਘੀ ਪੜ੍ਹਾਈ ਹੈ।
ਐਵੇਂ ਨਾ ਵੀ ਊੜਾ ਆੜਾ ਪੜ੍ਹ ਕੇ ਮੈਂ ਬਣ ਗਿਆ ਪਾਠਕ ਸਿੰਘ, ਮੈਂ ਬਣ ਗਿਆ ਬਾਬੂ ਜੀ। ਇਹ ਬਾਬੂ ਜੀ ਬੂਬੂ ਜੀ ਕੋਈ ਨਹੀਂ ਇੱਥੇ ਚੱਲਣਾ। ਇੱਥੇ ਤਾਂ ਚੱਲਣਾ ਭਾਈ ਗੁਰੂ ਦੀ ਬਖਸ਼ਿਸ਼, ਪਾਤਸ਼ਾਹ ਨੇ ਰਹਿਮਤ ਕਰਨੀ, ਆਪੇ ਪੜਾ ਦੇਣਾ ਹੈ। ਝੁਕੇ ਰਹੋ ਤੇ ਮਿਹਨਤ ਕਰੀ ਜਾਓ। ਇਹ ਤਾਂ ਸਾਰੀ ਉਮਰ ਨਹੀਂ ਬੰਦਾ ਇਹਦਾ ਸ਼ੁੱਧ ਜਾਪ ਕਰ ਸਕਦਾ। ਅਸੀਂ ਕਹਿ ਦਿੰਦੇ ਹਾਂ ਵੀ ਨਾ, ਇਹ ਤਾਂ ਪਾਤਸ਼ਾਹ ਦੀ ਬਖਸ਼ਿਸ਼ ਹੈ। ਪਾਤਸ਼ਾਹ ਕਹਿੰਦੇ ਸਿਮਰਨ ਕਰੀ ਜਾਓ, ਤੇ ਜੇ ਸਿਮਰਨ ਕਰਾਂਗੇ ਵਿਘਨ ਨਾ ਲੱਗੇ, ਕੋਈ ਵਿਘਨ ਨਹੀਂ ਲੱਗਦਾ। ਮੁਸੀਬਤਾਂ ਆਉਂਦੀਆਂ ਪਰ ਮਹਾਰਾਜ ਆਪੇ ਲੰਘਾਈ ਜਾਂਦੇ ਨੇ। ਉਹ ਕਿਵੇਂ ਆਉਂਦੀਆਂ ਅੱਗੇ ਦੱਸਦੇ ਹਨ। ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ, ਦਰਗਹ ਪਵੈ ਥਾਏ। ਸਾਰੀ ਗੱਲ ਉਹਨਾਂ ਦੀ ਬਿਆਨ ਕੀਤੀ ਜਿਹੜੇ ਭਗਤ ਹਨ, ਜਿਨ੍ਹਾਂ ਨੇ ਜਪਿਆ। ਕਿਵੇਂ ਜਪਿਆ, ਕਿਵੇਂ ਵਿਘਨ ਨਹੀਂ ਲੱਗੇ, ਹੁਣ ਉਹਨਾਂ ਬਾਰੇ ਪਾਤਸ਼ਾਹ ਫਰਮਾਨ ਕਰਦੇ। ਪੌੜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹੈ। ਹੁਣ ਫਿਰ ਧਿਆਨ ਰੱਖਣਾ, ਜਦੋਂ ਕੋਈ ਵਾਰ ਆਰੰਭ ਹੁੰਦੀ ਹੈ, ਗੋਜਰੀ ਕੀ ਵਾਰ ਮਹੱਲਾ ਪੰਜਵਾ, ਇਹੀ ਸਿਰਲੇਖ ਹੈ ਜੀ। ਤੇ ਸਾਰੀ ਪੌੜੀਆਂ ਮਹੱਲੇ ਪੰਜਵੇਂ ਕੀਆਂ। ਤੁਸੀਂ ਕਈ ਵਾਰੀ ਗੌੜੀ ਦੀ ਵਾਰ ਵੀ ਜ਼ਿਕਰ ਆਉਂਦਾ ਹੈ। ਪੌੜੀ ਪੰਜਵਾਂ, ਪੌੜੀ ਮਹੱਲਾ ਪੰਜਵਾਂ, ਉੱਪਰ ਵਾਰ ਤੇ ਲਿਖ ਚੌਥੇ ਕੀ ਨਾ, ਇਹਦਾ ਕੀ ਪਵੇ। ਸਾਰੀ ਪੌੜੀ ਚੌਥੇ ਦੀ ਹੈ, ਪਰ ਇਹ ਪੌੜੀ ਮਹੱਲੇ ਪੰਜਵੇਂ ਦੀ ਹੈ। ਗੌੜੀ ਦੀ ਵਾਰ ਵਿੱਚ ਆਉਂਦਾ ਹੈ ਖਾਲਸਾ ਜੀ। ਉਹ ਸੰਕੇਤ ਪਾਤਸ਼ਾਹ ਨਾਲ ਲਿਖਦੇ ਪੂਰਾ। ਤੇ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ, ਭਗਤਾ ਕਾ ਬੋਲਿਆ ਪ੍ਰਵਾਨ ਹੈ। ਭਗਤ ਜੋ ਵੀ ਬੋਲਦੇ ਨਾ, ਉਹ ਪ੍ਰਵਾਨ ਹੋ ਜਾਂਦਾ ਹੈ, ਵਿਅਰਥ ਨਹੀਂ ਜਾਂਦਾ। ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ, ਇਹ ਲੰਘ ਪਿੰਡ ਪਾਤਸ਼ਾਹ ਕੱਲ ਇੱਥੋਂ ਹੀ ਨਗਰ ਕੀਰਤਨ ਗਿਆ, ਦੁੱਖ ਨਿਵਾਰਨ ਸਾਹਿਬ, ਫੱਗਣ ਮਾਜਰਾ, ਲੰਘ, ਸਿਮੜੋ, ਅਗੌਲ, ਤੰਗੇੜਾ, ਇੱਧਰੋਂ ਰੋਟਾ, ਫਿਰ ਅੱਜ ਦਾ ਸਟੇ ਹੈ ਰਾਤ ਦਾ। ਜੋ ਅੱਜ ਹੋਇਆ ਸੀ ਉਹ ਸੀ ਰਾਮਪੁਰ ਬੌੜਾ, ਨਾਭੇ ਵੱਲ। ਨਾਭੇ ਥੋੜਾ ਮੈਸ ਵੱਲ ਜਾਓ ਉਧਰ, ਉਧਰੋਂ ਫਿਰ ਅੱਜ ਤੁਰਨਗੇ ਗੁਣੀ ਕੇ, ਫਤਿਹਪੁਰ ਛੰਨਾ, ਉਧਰੋਂ ਹੁੰਦੇ ਹੋਏ ਖਾਲਸਾ ਜੀਓ ਦੋਦੜਾ, ਕੋਟਲੀ, ਤੇ ਫਿਰ ਖਾਲਸਾ ਜੀਓ ਸਮਾਣਾ ਤੇ ਗੜੀ ਨਜ਼ੀਰ। ਅੱਜ ਰਾਤ ਉੱਥੇ ਪਹੁੰਚਣਾ ਹੈ। ਗੁਰੂ ਪਾਤਸ਼ਾਹ ਜਿੱਥੇ ਜਿੱਥੇ ਗਏ, ਜਿਹੜੇ ਜਿਹੜੇ ਵਚਨ ਕੀਤੇ ਉਹ ਪ੍ਰਵਾਨ ਹੋਏ। ਮਹਾਰਾਜ ਨੇ ਆਪਣੇ ਭਗਤ ਆਖਿਆ ਆਪਣੇ ਆਪ ਨੂੰ, ਤੇ ਪਾਤਸ਼ਾਹ ਲੰਘ ਗਏ। ਲੰਘਾਂ ਨੇ ਕੁਝ ਸੇਵਾ ਨਹੀਂ ਕੀਤੀ, ਪਰ ਕਹਿੰਦੇ ਮਲੰਗੀ ਆ ਨੇ ਤਾਂ। ਉਹ ਜਦੋਂ ਬੀਬੀ ਨੇ ਸੁਣਿਆ, ਉਹ ਦੌੜੀ ਦੌੜੀ ਪਿੱਛੇ ਗਈ। ਤੇ ਕਾਠ ਮਾੜੀ ਇੱਕ ਪਿੰਡ ਹੈ ਅੱਗੇ, ਥੋੜਾ ਜਿਹਾ 4 ਕਿਲੋਮੀਟਰ ਅੱਗੇ ਜਾ ਕੇ, ਉਹ ਮਾਤਾ ਕਹਿਣ ਲੱਗੀ, ਮਹਾਰਾਜ ਬਖਸ਼ਿਸ਼ ਕਰੋ, ਆਓ ਜਲ ਪਾਣੀ ਛਕੋ। ਅਸੀਂ ਮੂਰਖਾਂ ਨਹੀਂ ਜਾਣਦੇ ਤੁਹਾਡੀ ਵਡਿਆਈ ਕੀ ਹੈ। ਪਾਤਸ਼ਾਹ ਕਹਿੰਦੇ ਚਲੋ ਛੱਡੋ, ਜੋ ਹੋ ਗਿਆ ਭਲਾ, ਛੱਡੋ ਪਰੇ। ਕਹਿੰਦੇ ਨਹੀਂ ਮਹਾਰਾਜ ਸੇਵਾ ਕਰੋ। ਪਾਤਸ਼ਾਹ ਕਹਿੰਦੇ ਹੁਣ ਕਿ ਚੱਲ ਪਏ ਨਾ, ਸਾਥ ਚੱਲਦੇ ਭਲੇ, ਨਗਰੀ ਵਸਦੀ ਭਲੀ, ਜਾ ਰਹੇ ਹੁਣ ਜਾਵਾਂਗੇ ਗਈ। ਕਹਿੰਦੇ ਮਹਾਰਾਜ ਕਿਰਪਾ ਕਰੋ, ਘਰ ਗਰੀਬੀ ਬੜੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਰੋ, ਫਿਰ ਤੁਸੀਂ ਸ਼ਰਨ ਆਏਗੀ ਉਹ ਰੱਬ ਦੀ। ਜਿਹੜਾ ਅਨਾਜ ਵੱਢੋਗੇ ਜਿਤਨਾ ਮਰਜ਼ੀ ਹੋਵੇਗਾ, ਭੜੋਲੇ 'ਚ ਪਾ ਦੇਣਾ, ਉੱਤੋਂ ਬੰਦ ਕਰ ਦੇਣਾ, ਬਸ ਥੱਲੋਂ ਖੋਲਣਾ ਨਾ, ਕਿੰਨਾ ਕੁ ਹੈ ਕਿੰਨਾ ਰਹਿ ਗਿਆ, ਬਸ ਥੱਲੋਂ ਕੱਢੀ ਜਾਓ, ਉੱਤੋਂ ਨਾ ਦੇਖਣਾ। ਤੇ ਉਹ ਬਚਨ ਉਹ ਮਾਤਾ ਨੇ ਖਾਲਸਾ ਜੀ ਥੱਲੋਂ ਹੀ ਕੱਢ ਦੇ ਗਈ। ਇਤਨੇ ਭੰਡਾਰੇ ਖੁੱਲੇ ਲੰਗਰ ਲਾਤੇ ਉਹਨਾਂ ਨੇ ਤਾਂ, ਪਰ ਕਦੀ ਮੁੱਕਿਆ ਨਹੀਂ। ਇਤਨਾ ਥੋੜਾ ਬਹੁਤਾ ਅਨਾਜ ਉੱਤੋਂ ਪਾ ਰਹਿੰਦੇ ਸੀ, ਬਸ ਪਾਣ ਵੱਲ ਦੇਖਣਾ ਨਹੀਂ ਵੀ ਕਿੰਨਾ ਪਾ ਰਹੇ ਆ, ਉੱਤੋਂ ਝਾਕਣਾ ਨਹੀਂ ਵੀ ਕਿੰਨਾ ਰਹਿ ਗਿਆ। ਭੰਡਾਰੇ ਭਰੇ ਰਹਿੰਦੇ ਸਨ। ਉਹਨੇ ਆਪਣੀ ਨੂੰਹ ਨੂੰ ਆਖਿਆ, ਬੇਟਾ ਕਦੀ ਖੋਲ ਕੇ ਦੇਖਣਾ ਨਹੀਂ। ਨੂੰਹ ਨੇ ਬਚਨ ਮੰਨਿਆ। ਪੋਤ ਨੂੰ ਆਈ, ਬਜ਼ੁਰਗ ਮਾਈ ਬਹੁਤ ਹੀ ਹੋ ਗਈ ਸੀ, ਕੁਦਰਤੀ ਉਹਨੂੰ ਕਹਿਣਾ ਭੁੱਲ ਗਈ, ਕਿਸੇ ਕੰਮ ਚਲੀ ਗਈ ਆਪ। ਪੋਤ ਨੂੰ ਨੇ ਚਲੋ ਸੋਚਿਆ ਵੀ ਰੋਜ਼ ਮੈਂ ਕੱਢੀ ਜਾਉਣੀ ਆ, ਦੇਖਾਂ ਸਹੀ ਕਿੰਨਾ ਰਹਿ ਗਿਆ।
ਉਹਨੇ ਉੱਤੋਂ ਕੁਦਰਤੀ ਖੋਲ ਕੇ ਵੇਖ ਲਿਆ, ਜਿਤਨਾ ਵੇਖਿਆ ਵਾ ਉਤਨਾ ਹੀ ਖਤਮ ਹੁੰਦਾ ਗਿਆ। ਫਿਰ ਤਾਂ ਇਹ ਭਗਤਾ ਕਾ ਬੋਲਿਆ ਪ੍ਰਵਾਨ ਹੈ। ਇੱਥੇ ਤਾਂ ਪ੍ਰਵਾਨ ਹੈ, ਦਰਗਹਿ ਪਵੈ ਥਾਏ, ਅਗਾਹ ਵੀ ਤਾਂ ਹੁੰਦਾ ਭਾਈ। ਇਹ ਗੁਰੂ ਪਾਤਸ਼ਾਹ ਪਰਮੇਸ਼ਰ ਹਨ, ਜਿਹੜੇ ਉਹਨਾਂ ਦਾ ਨਾਮ ਜਪਣ ਵਾਲੇ, ਉਹਨਾਂ ਦਾ ਬੋਲਣਾ ਵੀ ਪ੍ਰਵਾਨ ਹੈ। ਉਹ ਕਹਿੰਦੇ ਰੱਬ ਜੀ ਇਹ ਕੰਮ ਕਰਨਾ, ਰੱਬ ਨੂੰ ਕਰਨਾ ਪੈਂਦਾ। ਦਰਗਹਿ ਪਵੈ ਥਾਏ, ਦਰਗਾਹ ਵਿੱਚ ਉਹਨਾਂ ਦੀ ਆਵਾਜ਼ ਆਉਂਦੀ। ਖਾਲਸਾ ਜੀ, ਸਾਡੀ ਆਵਾਜ਼ ਤਾਂ ਇੱਥੇ ਤੱਕ ਨਹੀਂ ਜਾਂਦੀ, ਉਹਨਾਂ ਦੀ ਆਵਾਜ਼ ਦਰਗਾਹ ਤੱਕ ਜਾਂਦੀ ਹੈ। ਦਰਗਾਹ ਜਦੋਂ ਬੋਲਦੇ ਹਨ ਨਾ, ਵਾਹਿਗੁਰੂ ਵਾਹਿਗੁਰੂ, ਉਹ ਆਪਣੇ ਆਪ ਹੀ ਰੱਬ ਦੇ ਕੋਲ ਪਹੁੰਚ ਜਾਂਦੀ ਆਵਾਜ਼ ਉਹਨਾਂ ਦੀ। ਐਸੇ ਭਗਤ ਹਨ, ਪਰ ਭਗਤ ਜਨ ਵੀ ਆਨੰਦ ਵਿੱਚ ਟਿਕੇ ਰਹਿੰਦੇ ਹਨ। ਭਗਤਾ ਤੇਰੀ ਟੇਕ ਰਤੇ ਸੱਚ ਨਾਏ। ਰੱਬ ਦੀ ਭਗਤਾਂ ਨੂੰ ਤੁਹਾਡੀ ਟੇਕ ਹੈ। ਗੁਰੂ ਤੇਗ ਬਹਾਦਰ ਘਰਾਲੀ ਸਾਹਿਬ ਪਹੁੰਚੇ। ਅੱਜ ਰਾਤ ਦਾ ਸਟੇ ਖਾਲਸਾ ਜੀ, ਕੱਲ ਰਾਤ ਦਾ ਸਟੇ ਘਰਾਲੀ ਸਾਹਿਬ ਹੈ। ਉੱਥੇ ਪਹੁੰਚੇ ਇੱਕ ਮਸੰਦ, ਉਹਨੇ ਸੇਵਾ ਨੇ ਕੀਤੀ ਪਾਤਸ਼ਾਹ ਦੀ। ਮਹਾਰਾਜ ਕਹਿੰਦੇ ਭਲਾ ਹੋਵੇ, ਮਹਾਰਾਜ ਉੱਥੇ ਬੈਠ ਗਏ। ਕਿਸੇ ਦੀ ਟੇਕ ਨਹੀਂ ਲੈਣੀ ਭਗਤਾਂ ਨੇ ਵੀ ਤੂੰ ਮੇਰੀ ਸੇਵਾ ਕਰੇਗਾ, ਨਾ ਕਰ ਭਾਈ, ਭਲਾ ਹੈ। ਉਹਨਾਂ ਨੂੰ ਰੱਬ ਦੀ ਟੇਕ ਹੈ, ਬੰਦੇ ਦੀ ਟੇਕ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸਕੈ ਦੀਏ ਰਹੇ ਅਗਾਏ, ਬਹੁ ਨ ਤ੍ਰਿਸ਼ਨਾ ਲਾਗੇ ਆਏ। ਅਸੀਂ ਬੰਦੇ ਦੇ ਹੱਥ ਵੱਲ ਸਾਨੂੰ ਕੋਈ ਦਵੇਗਾ, ਰੱਬ ਨੂੰ ਜਪੀਏ, ਉਹ ਆਪੇ ਦੇਈ ਜਾ ਰਿਹਾ। ਬਹੁਤ ਬਖਸ਼ਿਸ਼ ਕਰਦਾ ਹੈ ਪ੍ਰਮਾਤਮਾ। ਜਦੋਂ ਰੱਬ ਤੇ ਕਿਸੇ ਦਾ ਓਟ ਆਸਰਾ ਹੋ ਜੇ ਨਾ, ਰੱਬ ਆਉਂਦਾ ਹੈ ਮਨੁੱਖਾਂ ਨਾਲ ਹੀ, ਲੈ ਭਾਈ ਫੜ ਕੰਮ ਚਲਾ ਲੈ ਆਪਣਾ। ਉਹ ਵਾਹਿਗੁਰੂ ਬਹੁਤ ਬਖਸ਼ਦਾ ਹੈ। ਇਸ ਕਰਕੇ ਉਹ ਰੱਬ ਦੇ ਪਿਆਰੇ ਧਨ ਹਨ, ਭਗਤਾਂ ਦੇ ਪਿਆਰੇ, ਭਗਤ ਰਸ ਕਰਨ ਵਾਲੇ, ਭਗਤੀ ਦਾ ਨਾਮ ਰਸ ਵਿੱਚ ਲੀਨ ਦੇਣ ਵਾਲੇ ਉਹ ਭਗਤ। ਉਹਨਾਂ ਬਾਰੇ ਪਾਤਸ਼ਾਹ ਬਿਆਨ ਕਰਦੇ, ਭਗਤਾ ਤੇਰੀ ਟੇਕ ਰੱਤੇ ਸੱਚ ਨਾਏ। ਰੱਤੇ ਹੋਏ, ਕੁੱਲ ਮਿਲ ਗਏ ਸੱਚ ਨਾਮ ਵਿੱਚ। ਜਿਹੜੇ ਕੁੱਲ ਮਿਲ ਗਏ ਉਹਦਾ ਟੇਕ ਪ੍ਰਮਾਤਮਾ ਬਣ ਜਾਂਦੀ। ਖਾਲ ਟੇਕ ਕਹਿੰਦੇ ਆਸਰਾ। ਆਸਰਾ ਓਟ, ਕੋਈ ਵੀ ਲੋੜ ਹੋਵੇ ਉਹ ਵਾਹਿਗੁਰੂ ਤੋਂ ਮੰਗ ਲੈਂਦੇ ਹਨ। ਜਿਸਨੋ ਹੋਏ ਕਿਰਪਾਲ, ਤਿਸ ਕਾ ਦੁਖ ਜਾਏ। ਜਿਸ ਤੇ ਵਾਹਿਗੁਰੂ ਕਿਰਪਾਲ, ਕਿਰਪਾ ਦੇ ਘਰ ਵਿੱਚ ਆਉਂਦਾ ਹੈ ਨਾ, ਉਹਦਾ ਦੁੱਖ ਮਹਾਰਾਜ ਦੂਰ ਕਰ ਦਿੰਦੇ। ਇਧਰ ਪਿੰਡ ਹੈ ਅਗੌਲ, ਨਾਭੇ ਵੱਲ, ਅੰਗੇੜਾ ਤੇ ਅਗੌਲ। ਇੱਥੇ ਇੱਕ ਮਾਈ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਪਿੰਡ ਵਿੱਚ ਮਹਾਰਾਜ ਇੱਥੇ ਬੱਚਿਆਂ ਦੇ ਫੋੜੇ ਫੋੜੇ ਆਮ ਹੁੰਦੇ ਨੇ, ਫੋੜੇ ਫੁੰਸੀਆਂ, ਤੇ ਮਹਾਰਾਜ ਇੱਕ ਛੱਪੜ ਦੇ ਕਿਨਾਰੇ ਬੈਠੇ ਸਨ। ਉਦੋਂ ਖਾਲਸਾ ਛੱਪੜ ਸਾਫ਼ ਸੁਥਰੇ ਹੁੰਦੇ ਸਨ, ਇਹਨੂੰ ਰਾਮ ਤਲਾਈ ਕਹਿੰਦੇ। ਜ਼ਿਕਰ ਆਉਂਦਾ ਇਤਿਹਾਸ ਵਿੱਚ ਰਾਮ ਤਲਾਈ। ਪਾਤਸ਼ਾਹ ਉੱਤੇ ਬੈਠੇ ਸਨ। ਮਹਾਰਾਜ ਕਹਿੰਦੇ ਚਲੋ ਇਸ ਵਿੱਚ ਇਸ਼ਨਾਨ ਕਰਿਆ ਕਰੋ। ਹੁਣ ਹੈ ਤਾਂ ਪਾਣੀ ਪਹਿਲਾਂ ਵੀ ਸੀ, ਰਾਮ ਤਲਾਈ ਤਾਂ ਪਹਿਲਾਂ ਵੀ ਸੀ, ਪਹਿਲਾਂ ਕਿਸੇ ਨੇ ਇਸ਼ਨਾਨ ਕੀਤਾ ਨਹੀਂ। ਪਹਿਲਾਂ ਆਮ ਪਾਣੀ ਉਹੀ। ਗੁਰੂ ਦੇ ਬਚਨ ਦੁੱਖ ਦੂਰ ਕਰਨ ਵਾਲੇ ਸਨ। ਬਚਨਾਂ ਉਹ ਅੰਮ੍ਰਿਤ ਐਸਾ ਗਿਆ, ਉਹ ਜਿਨ੍ਹਾਂ ਨੇ ਇਸ਼ਨਾਨ ਕਰਦੇ ਗਏ ਉੱਥੇ ਸਾਰੇ ਖਾਲਸਾ ਜੀ ਫੋੜੇ ਫੁੰਸੀਆਂ ਦੂਰ ਹੁੰਦੇ ਗਏ ਉਸੇ ਰਾਮ ਤਲਾਈ ਵਿੱਚ। ਤੇ ਖਾਲਸਾ ਜਦੋਂ ਪਾਤਸ਼ਾਹ ਉੱਥੋਂ ਅੱਗੇ ਗਏ ਨਾ, ਤੇ ਜਦੋਂ ਮਹਾਰਾਜ ਲੰਘ ਕੇ ਗਏ ਤੇ ਕੁਦਰਤੀ ਉੱਥੇ ਕਮਾਦ ਦਾ ਖਾਲਸਾ ਜੀ ਖੇਤ ਸੀ, ਉਹਨੂੰ ਅੱਗ ਲੱਗ ਗਈ ਉਸੇ ਅਗੌਲ ਪਿੰਡ ਵਿੱਚ। ਪਿੰਡ ਵਾਲੇ ਬੜੇ ਹੈਰਾਨ ਵੀ ਅੱਗ ਕਿਵੇਂ ਲੱਗ ਗਈ। ਫਟਾਫਟ ਪਾਤਸ਼ਾਹ, ਮਹਾਰਾਜ ਇਹ ਕੀ ਭਾਣਾ ਵਾਪਰਿਆ। ਪਾਤਸ਼ਾਹ ਕਹਿੰਦੇ ਭਲਾ ਹੋਇਆ, ਕੋਈ ਗੱਲ ਨਹੀਂ। ਰੱਬ ਦੇ ਭਾਣੇ 'ਚ ਇਹੀ ਸੀ, ਤੁਸੀਂ ਹੁਣ ਅੱਗ ਲੱਗੇ ਕਮਾਦ ਨੂੰ ਪੀੜਨਾ, ਰਸ ਡਬਲ ਆਵੇਗਾ, ਪਹਿਲੇ ਤੋਂ ਵੱਧ ਰਸ ਆਵੇਗਾ।
ਤੁਸੀਂ ਸੇਵਾ ਕੀਤੀ ਰੱਬ ਦੇ ਪਿਆਰਿਆਂ ਦੀ, ਸੰਗਤ ਦੀ ਸੇਵਾ ਕੀਤੀ, ਵੱਧ ਰਸ ਆਵੇਗਾ। ਉਹ ਵੱਧ ਰਸ ਆਇਆ ਉਹਨਾਂ ਨੇ। ਉਥੋਂ ਮਹਾਰਾਜ ਸਵੇਰੇ ਸਿਰ ਦਾਤਨ ਕਰਦੇ ਕਰਦੇ ਪਹੁੰਚ ਗਏ ਧੰਗੇੜੇ। ਧੰਗੇੜੇ ਪਾਤਸ਼ਾਹ ਦਾਤਨ ਸੀ ਖਾਲਸਾ ਜੀ ਉਹ ਕਿੱਕਰ ਦਾ। ਉੱਥੇ ਪਾਤਸ਼ਾਹ ਨੇ ਕਿੱਕਰ ਹੀ ਉੱਥੇ ਗੱਡਤੀ। ਬੜੇ ਸਥਾਨ ਨਾਲ ਜਿੱਥੇ ਪਾਤਸ਼ਾਹ ਦਾਤਨ ਗੱਡੀ ਉੱਥੇ ਕਿੱਕਰ ਬਹੁਤ ਵੱਡਾ ਹੋ ਗਿਆ ਸੀ, ਪਰ ਟੁੱਟ ਗਿਆ ਸੀ। ਹੁਣ ਦੁਬਾਰਾ ਉਹਦੀ ਜੜ ਹੈ ਖਾਲਸਾ ਜੀ ਧੰਗੇੜੇ ਪਿੰਡ ਵਿੱਚ। ਉਥੇ ਮਾਈਆਂ ਆਣ ਗਵਾਣ ਵਾਲੇ ਦੁੱਧ ਬਹੁਤ ਲੈ ਕੇ ਆਏ। ਉਹ ਪਾਤਸ਼ਾਹ ਦੁੱਧ ਛਕੋ, ਤੇ ਪਾਤਸ਼ਾਹ ਕਹਿੰਦੇ ਤੁਹਾਡੇ ਪਿੰਡਾਂ ਦੁੱਧ ਖੁੱਲਾ ਹੀ ਹੋਵੇਗਾ, ਫਿਕਰ ਨਾ ਕਰੋ, ਭੰਡਾਰੀ ਭਰੇ ਰਹਿਣਗੇ। ਇਹ ਪਾਤਸ਼ਾਹ ਬਖਸ਼ਿਸ਼ ਕਰ ਦੇਗੇ। ਉਥੋਂ ਪਾਤਸ਼ਾਹ ਫਿਰ ਖਾਲਸਾ ਜੀ ਉਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਰੋਟੇ ਪਹੁੰਚੇ। ਰੋਟੇ ਗੁਰੂ ਕਾ ਸਿੱਖ ਮਸੰਦ ਸੀ, ਤੇ ਉਹਨੂੰ ਪਾਤਸ਼ਾਹ ਨੇ ਬੁਲਾਉਣ ਲਈ, ਜਾਓ ਬੁਲਾ ਕੇ ਲਿਆਓ, ਇੱਥੇ ਕੋਈ ਸਿੱਖ ਰਹਿੰਦਾ ਹੈ। ਇੱਕੋ ਹੀ ਸਿੱਖ ਸੀ। ਤੇ ਪਾਤਸ਼ਾਹ ਕਹਿੰਦੇ ਆ ਭਾਈ ਗੁਰਸਿੱਖਾ ਕੀਰਤਨ ਕਾਨੂੰ ਕਰਕੇ ਸੁਣਾ। ਉੱਥੇ ਮਹਾਰਾਜ ਕੀਰਤਨ ਸੁਣਿਆ ਵੀ ਤੇ ਕੀਤਾ ਵੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ। ਇਹ ਗੁਰੂ ਪਾਤਸ਼ਾਹ ਦੀ ਵੱਖਰੀ ਵੱਖਰੀ ਮਿਹਰ। ਫਿਰ ਉੱਥੋਂ ਮਹਾਰਾਜ ਖਾਲਸਾ ਜੀ ਰਾਮਪੁਰ ਬੌੜਾ, ਬੌੜਾ ਪਰੇ ਹੈ ਥੋੜਾ ਜਿਹਾ, ਰਾਮਪੁਰ ਰੋਡ 2 ਕਿਲੋਮੀਟਰ ਦਾ ਫਾਸਲਾ, 1.5-2 ਕਿਲੋਮੀਟਰ ਸਾਹਮਣੇ ਬਸ ਰੋਡ ਦੇ ਉੱਤੇ ਥੋੜਾ ਜਿਹਾ ਹਟ ਕੇ ਹੈ। ਤੇ ਉੱਥੇ ਮਹਾਰਾਜੇ ਦੇ ਬੌਲੀ ਸਾਹਿਬ ਖਾਲਸਾ ਪਾਵਨ ਸਥਾਨ ਹੈ ਰਾਮਪੁਰ ਵਿਖੇ। ਉਹ ਬੌਲੀ ਪਾਤਸ਼ਾਹ ਨੇ ਦੇਖੋ ਜਿੱਥੇ ਜਿੱਥੇ ਮਹਾਰਾਜੇ ਨੇ ਬੌਲੀ ਲਵਾਈ, ਕੋਈ ਖੂਹ ਲਵਾਇਆ, ਉਹ ਮਿੱਠੇ ਜਲ ਦੇ ਉੱਤੇ ਸੋਮੇ ਬਾਹਰ ਆਏ। ਸਾਰੇ ਪਾਸੇ ਪਾਣੀ ਖਾਰਾ ਹੁੰਦਾ ਸੀ। ਤੇ ਜਿੱਥੇ ਜਿੱਥੇ ਚਰਨ ਪਾਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਨ ਸੋਭਨਿਕ ਬਣ ਗਿਆ। ਉਥੋਂ ਬਾਦਸ਼ਾਹ ਫਤਿਹਪੁਰ ਖਾਲਸਾ ਜੀ ਫਿਰ ਗੁਣੀ ਕੇ ਬਾਦਸ਼ਾਹ ਨੇ ਇੱਕ ਪਿੱਪਲ ਦਰਖਤ ਨਾਲ ਘੋੜਾ ਬੰਨਿਆ ਸੀ। ਉਹਦੇ ਛੱਪੜ ਦੇ ਕੰਢੇ ਤੇ ਬਾਦਸ਼ਾਹ ਆ ਕੇ ਬੈਠੇ ਸਨ। ਉਧਰੋਂ ਬਾਦਸ਼ਾਹ ਫਿਰ ਫਤਿਹਪੁਰ ਛੰਨਾ ਹੁੰਦੇ ਹੋਏ ਮਾਰ ਅੱਗੇ ਲੰਘੇ ਸਨ। ਤੇ ਖਾਲਸਾ ਜੀ ਇਹ 2 ਰੂਟ ਬਣਦੇ ਬਾਦਸ਼ਾਹ ਦੇ। ਇੱਕ ਮਹਾਰਾਜ ਜਦੋਂ ਮਹਾਰਾਜ ਪਟਨਾ ਸਾਹਿਬ ਵੱਲ ਗਏ, ਪਹਿਲੀ ਵਾਰੀ ਇਸ ਪਾਸੇ ਆਏ, ਇਧਰੋਂ ਮਹਾਰਾਜ ਅੱਗੇ ਮਾਲਵੇ ਵੱਲ ਚਲੇ ਗਏ, ਉਧਰੋਂ ਪਾਤਸ਼ਾਹ ਬਾਂਗਰ ਹੁੰਦੇ ਹੋਏ ਪਟਨਾ ਸਾਹਿਬ ਵੱਲ। ਜਦੋਂ ਵਾਪਸ ਆਏ ਫਿਰ ਦੁੱਖ ਨਿਵਾਰਨ ਸਾਹਿਬ। ਵਾਪਸ ਆਉਣ ਵੇਲੇ 24 ਜਨਵਰੀ 1672 ਨੂੰ ਪਾਤਸ਼ਾਹ ਇੱਥੇ ਆਏ। ਇਹ ਜ਼ਿਕਰ ਕਰਦੇ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਜ਼ਿਕਰ ਆਉਂਦਾ ਹੈ ਜੋ ਹੁਕਮਨਾਮਾ ਅਨੁਸਾਰ। ਤੇ ਤੀਜੀ ਵਾਰੀ ਜਦੋਂ ਪਾਤਸ਼ਾਹ ਖਾਲਸਾ ਜੀ ਇੱਥੋਂ ਸ਼ਹੀਦੀ ਲਈ ਗਏ ਨਾ, ਫਿਰ ਮਹਾਰਾਜ ਸਮਾਣੇ ਗੜੀ ਨਜੀਰ ਇੱਧਰ ਗਏ। ਇਸ ਤਰ੍ਹਾਂ ਪਾਤਸ਼ਾਹ ਦੇ ਖਾਲਸਾ ਜੀ ਇਹ ਗੰਭੀ ਕੋਤਕ। ਤੇ ਉਹਨਾਂ ਦਿਨਾਂ 'ਚ ਹੀ ਪਾਤਸ਼ਾਹ ਇਹ ਜੰਡਸਰ ਸਾਹਿਬ ਪਾਵਨ ਸਥਾਨ ਹੈ, ਉਧਰ ਵੀ ਗਏ। ਉਹਦਾ ਇਤਿਹਾਸ ਆਪ ਜੀ ਕੱਲ ਸੁਣਨਾ, ਥੋੜਾ ਥੋੜਾ ਸਮਾਂ ਨਾਲ ਟੀਵੀ ਇੱਧਰ ਲਈ। ਤੇ ਇਸ ਤਰ੍ਹਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਇੱਥੇ ਫਰਮਾਨ ਹੈ ਮਹਾਰਾਜ ਦਾ ਕਿ ਉਹ ਰੱਬ ਦੇ ਪਿਆਰੇ ਭਗਤ ਜਨ, ਉਹ ਆਪ ਤਾਂ ਕਿਰਪਾ ਕਰਦੇ ਹਨ ਕਿਉਂਕਿ ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੈ। ਤੇ ਜਿਨ੍ਹਾਂ ਉੱਤੇ ਵਾਹਿਗੁਰੂ ਕਿਰਪਾ ਕਰਦਾ, ਜਿਸ ਨੂੰ ਹੋਏ ਕਿਰਪਾਲ ਤਿਸਕਾ ਦੁੱਖ ਜਾਹੇ। ਇਹ ਕਿਰਪਾਲ ਦਾ ਅਰਥ ਵਾਹਿਗੁਰੂ ਹੈ, ਕਿਰਪਾਲੂ। ਇਸ ਨੂੰ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆ ਕੇ, ਕਿਰਪਾ ਪਲਸ ਆਲੂ, ਆਲਿਆ ਕਹਿੰਦੇ ਨੂੰ, ਅਸਲ ਸ਼ਬਦ ਆਲਿਆ ਹੈ। ਆਲਿਆ ਕਹਿੰਦੇ ਘਰ, ਕਿਰਪਾ ਦਾ ਘਰ। ਵਾਹਿਗੁਰੂ ਜਦੋਂ ਕਿਰਪਾ ਦੇ ਘਰ ਵਿੱਚ ਆ ਜਾਵੇ, ਉਹ ਕਿਰਪਾਲੂ, ਤਿਸਕਾ ਦੁੱਖ ਜਾਏ, ਉਹਦਾ ਦੁੱਖ ਵਾਹਿਗੁਰੂ ਦੂਰ ਕਰ ਦਿੰਦਾ ਹੈ। ਖਾਲਸਾ ਜੀ ਜਦੋਂ ਪਾਤਸ਼ਾਹ ਮਿਹਰ ਕਰਦੇ, ਉਹਦੇ ਸਾਰੇ ਦੁੱਖ ਦੂਰ ਕਰਦੇ ਹਨ। ਭਗਤ ਤੇਰੇ ਦਇਆਲ, ਉਹਨਾਂ ਮਿਹਰ ਪਾਏ। ਰੱਬ ਜੀ ਭਗਤ ਤੇਰੇ ਹਨ। ਐ ਦਿਆਲੂ ਵਾਹਿਗੁਰੂ ਜੀ, ਭਗਤ ਤੁਹਾਡੇ ਹਨ। ਤੁਸੀਂ ਉਹਨਾਂ ਉੱਤੇ ਮਿਹਰ ਕਰਦੇ ਹੋ, ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਮਿਹਰ ਦੀ ਨਿਗਾਹ ਪਾਉਂਦੇ ਹੋ। ਉਹਨਾਂ ਦੇ ਸਰੀਰ ਉੱਤੇ ਪਾਤਸ਼ਾਹ ਤੁਸੀਂ ਮਿਹਰ ਕਰਦੇ ਹੋ, ਸਭ ਦੁੱਖ ਦੂਰ ਕਰਦੇ ਉਹਨਾਂ ਦੇ। ਦੁੱਖ ਦਰਦ ਵੱਡ ਰੋਗ
ਨਾ ਪੋਹੇ ਤਿਸ ਮਾਏ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਨਾ, ਦੁੱਖ ਦਰਦ, ਵੱਡੇ ਵੱਡੇ ਰੋਗ, ਪੀੜਾ, ਹੁਣ ਦੁੱਖ ਵੀ ਕਈ ਤਰ੍ਹਾਂ ਦੇ, ਕੋਈ ਖਾਲਸਾ ਜੀ ਆਦ ਦਾ, ਕੋਈ ਵਿਆਹ ਦਾ, ਕੋਈ ਉਪਾਦ ਦਾ, ਉਹ ਸਾਰੇ ਦੁੱਖ ਦਰਦ ਕਰ ਪਾਤਸ਼ਾਹ ਦੂਰ ਕਰਦਾ ਹੈ। ਜਿਤਨੇ ਕਲੇਸ਼ ਹਨ ਅਭਿਨਿਵੇਸ਼ ਵਰਗੇ, ਉਹ ਵਾਹਿਗੁਰੂ ਦੂਰ ਕਰਦਾ ਹੈ। ਜਿਤਨੇ ਕੋਈ ਖਾਲਸਾ ਜੀ ਦਰਦ ਹਨ, ਸਰੀਰ ਦੀਆਂ ਪੀੜਾਵਾਂ, ਮਾਨਸਿਕ ਪੀੜਾ, ਉਹ ਵਾਹਿਗੁਰੂ ਦੂਰ ਕਰਦਾ ਹੈ। ਤੇ ਰੱਬ ਜੀ ਉਹਨਾਂ ਨੂੰ ਕੋਈ ਦੁੱਖ ਦਰਦ ਤੰਗ ਨਹੀਂ ਕਰਦਾ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਐ ਮੇਰੀ ਮਾਂ, ਮੇਰੇ ਪ੍ਰਮਾਤਮਾ, ਉਹਨਾਂ ਭਗਤਾਂ ਨੂੰ ਉਹ ਦੁੱਖ ਤੰਗ ਨਹੀਂ ਕਰਦੇ। ਭਗਤਾ ਇਹੋ ਆਧਾਰ, ਗੁਣ ਗੋਬਿੰਦ ਗਾਏ। ਕਿਉਂ ਨਹੀਂ ਤੰਗ ਕਰਦੇ? ਸਾਨੂੰ ਤਾਂ ਤੰਗ ਕਰਦੇ ਸਾਰਿਆਂ ਨੂੰ। ਕਿਹੜਾ ਨਹੀਂ ਜਿਹਨੂੰ ਦੁੱਖ ਨਹੀਂ ਤੰਗ ਕਰਦੇ ਹੋਣ? ਸਾਰਿਆਂ ਨੂੰ। ਉਹਨਾਂ ਭਗਤਾਂ ਨੂੰ ਕਿਉਂ ਨਹੀਂ ਕਰਦੇ? ਕਿਉਂਕਿ ਉਹਨਾਂ ਦਾ ਆਧਾਰ ਕੀ ਹੈ? ਰੱਬ ਦੇ ਗੁਣ ਗਾਣੇ। ਭਗਤਾ ਇਹੋ ਆਧਾਰ। ਸਾਡਾ ਆਧਾਰ ਕੀ ਹੈ? ਬਰਗਰ ਖਾਣਾ, ਪੀਜ਼ਾ ਖਾਣਾ, ਖਾਈ ਜਾਣਾ, ਬੁਰਾ ਦੇਖੀ ਜਾਣਾ, ਬੁਰਾ ਸੋਚੀ ਜਾਣਾ, ਨਿੰਦਾ ਕਰੀ ਜਾਣੀ। ਇਹ ਦੁੱਖ ਦਾ ਕਾਰਨ ਹੈ। ਖਾਣਾ ਵੀ ਬੁਰਾ, ਬੋਲਣਾ ਵੀ ਬੁਰਾ, ਸੋਚਣਾ ਵੀ ਬੁਰਾ, ਵੇਖਣਾ ਬੁਰਾ, ਤੇ ਮੰਗਦੇ ਫਿਰ ਸੌਖਾਂ ਭਾਈ ਨਾ। ਇਹਨਾਂ ਤੋਂ ਬਚੀਏ, ਦੁੱਖ ਆਪੇ ਦੂਰ ਹੋਣਗੇ। ਪਾਤਸ਼ਾਹ ਤੋਂ ਮੰਗੀਏ, ਵਾਹਿਗੁਰੂ ਆਪੇ ਦੁੱਖ ਦੂਰ ਕਰੇਗਾ। ਭਗਤਾ ਇਹੋ ਆਧਾਰ, ਭਗਤਾਂ ਦਾ ਇਹੋ ਆਧਾਰ ਹੈ ਕਿ ਗੁਣ ਗੋਬਿੰਦ ਗਾਏ। ਗੁਣ ਗੋਬਿੰਦ ਗਾਏ, ਗੁਣ ਗੋਬਿੰਦ ਗਾਏ। ਗੁਣ ਗੋਬਿੰਦ ਗਾਏ, ਗੁਣ ਗੋਬਿੰਦ ਗਾਏ। ਵਾਹਿਗੁਰੂ ਵਾਹਿਗੁਰੂ। ਇਹ ਵਾਹਿਗੁਰੂ ਜਿਵੇਂ ਮਰਜ਼ੀ ਗਾ ਲੋ, ਜਿਵੇਂ ਮਰਜ਼ੀ ਜਪ ਲੋ। ਇਹ ਜੇ ਸਾਡਾ ਜੀਵਨ ਦਾ ਆਧਾਰ ਬਣ ਗਿਆ, ਫਿਰ ਦੁੱਖ ਦਰਦ ਨਾ ਪੋਹੇ। ਪੋਹੇ ਦਾ ਅਰਥ ਹੈ ਤੰਗ ਨਹੀਂ ਕਰਦੀ। ਮਾਏ, ਮਾਇਆ ਵੀ। ਦੂਜਾ ਅਰਥ ਹੈ ਦਾ ਤਿਸ ਮਾਏ। ਉਹਨਾਂ ਨੂੰ ਮਾਇਆ ਵੀ ਤੰਗ ਨਹੀਂ ਕਰਦੀ। ਉਹ ਮਾਇਆ ਤੋਂ ਵੀ ਨਿਰਲੇਪ ਰਹਿੰਦੇ ਹਨ। ਭਗਤ ਕਬੀਰ ਸਾਹਿਬ, ਆ ਗਈ ਮਾਇਆ, ਨੱਕ ਵੱਢਿਆ, ਕੰਨ ਵੱਢਿਆ, ਚੀਕਾ ਮਾਰਦੀ ਤੁਰ ਪਈ। ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੈ ਡਾਰੀ, ਦੌੜਦੀ ਫਿਰਦੀ ਖਾਲਸਾ ਜੀ। ਕੋਹ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਤਿੰਨਾਂ ਲੋਕਾਂ ਦੀ ਪਿਆਰੀ ਮਾਇਆ, ਉਹ ਦੌੜਦੀ ਫਿਰਦੀ ਖਾਲਸਾ ਜੀ। ਕਿਉਂ? ਉਹਨਾਂ ਦਾ ਆਧਾਰ ਕੀ ਸੀ? ਵਾਹਿਗੁਰੂ ਨਾਮ, ਰੱਬ ਦੇ ਗੁਣ ਗਾਣੇ। ਗੁਣ ਗਾਣ ਕਰਕੇ ਉਹ ਚੜ੍ਹਦੀ ਕਲਾ ਵਿੱਚ ਪਹੁੰਚ ਗਏ। ਸਦਾ ਸਦਾ ਦਿਨ ਰੈਣ, ਇੱਕੋ ਇੱਕ ਧਿਆਏ। ਇੱਕ ਨੂੰ ਜਪਦੇ ਵੀ ਇਹ ਨਹੀਂ ਕਦੀ ਅੱਲਾ ਜਪ ਲਿਆ, ਕਦੀ ਰਾਮ ਜਪ ਲਿਆ, ਕਦੀ ਗੰਗਾ ਗੇ ਗੰਗਾ ਰਾਮ, ਜਮਨਾ ਗੇ ਜਮਨਾ ਦਾਸ। ਇਹ ਨਹੀਂ। ਆਧਾਰ ਇੱਕ ਤੇ ਹੋਵੇ ਬਸ। ਇਹ ਗੱਲ ਪੱਲੇ ਬੱਲ ਲੈਣਾ। ਅਸੀਂ ਵੀਰਵਾਰ ਨੂੰ ਇੱਧਰ ਪੀਰ ਤੇ ਲੈਣਾ 'ਚ ਖੜੇ ਹੁੰਦੇ ਆ, ਮੰਗਲਵਾਰ ਨੂੰ ਕਿੱਧਰ ਹੋਰ ਸਹੀ, ਸ਼ਨੀਵਾਰ ਨੂੰ ਆ ਸ਼ਨੀ ਦੇਵਤਾ ਮੇਰੇ ਕੋਲ ਲੈ ਜੇ, ਕੋਈ ਮੈਨੂੰ ਦੇ ਦੀ ਕੁਝ। ਉਹ ਭਾਈ ਜਿਹੜਾ ਆਪ ਮੰਗਤਾ ਫਿਰਦਾ ਤੁਹਾਨੂੰ ਕੀ ਦਵੇਗਾ? ਉਹ ਜਿਹੜਾ ਆਪ ਮੰਗਦਾ ਫਿਰਦਾ ਥਾਂ ਥਾਂ ਤੁਹਾਨੂੰ ਕੀ ਦਵੇਗਾ? ਨਹੀਂ, ਵਾਹਿਗੁਰੂ ਮੰਗਦਾ ਤੇ ਨਹੀਂ ਨਾ। ਸਲਕੇ ਸੀ ਚੱਲ ਕੇ ਆਏ ਆ ਬਾਦਸ਼ਾਹ ਕੋਲ। ਗੁਰੂ ਪਾਤਸ਼ਾਹ ਨੇ ਮੰਗਿਆ ਨਹੀਂ, ਕਹਿੰਦੇ ਕੁਛ ਨਹੀਂ ਚਾਹੀਦਾ ਭਾਈ, ਆਨੰਦ ਲਓ। ਇਸ ਕਰਕੇ ਇੱਕ ਦਾ ਆਧਾਰ ਹੋਵੇ, ਇਸ ਝੋਲੀਆਂ ਭਰਦੀਆਂ ਰਹਿੰਦੀਆਂ। ਜੇ ਆਧਾਰ ਹੀ ਕਈ ਤੇ ਕੋਈ ਬੇਸ ਹੀ ਨਹੀਂ, ਕਈ ਆਧਾਰ ਤੇ ਡੁੱਬੇਗਾ ਹੀ ਬੰਦਾ। ਪਾਤਸ਼ਾਹ ਕਹਿੰਦੇ ਸਦਾ ਸਦਾ ਦਿਨ ਰਹਿਣ, ਇੱਕੋ ਇੱਕ ਧਿਆਏ, ਇੱਕੋ ਇੱਕ ਵਾਹਿਗੁਰੂ ਬਸ। ਦੂਜੇ ਵੱਲ ਤਾਂ ਝਾਤੀ ਮਾਰਦੇ ਹੀ ਨਹੀਂ।
ਦਿਨ ਰਹਿਣ ਰਾਤ ਦਿਨ ਹਮੇਸ਼ਾ ਹਮੇਸ਼ਾ ਉਹ ਵਾਹਿਗੁਰੂ ਜਪਦੇ ਹਨ। ਏਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਧੰਨ ਭਗਤ ਹਨ, ਅੰਮ੍ਰਿਤ ਨਾਮ ਨੂੰ ਪੀਂਦੇ ਰਹਿੰਦੇ ਹਰ ਵੇਲੇ, ਤੇ ਨਾਮ ਜਪ ਜਪ ਕੇ ਅਘਾਏ ਉਹ ਰੱਜ ਗਏ। ਅਘਾਏ ਦਾ ਅਰਥ ਹੈ ਰੱਜ ਗਏ, ਬਿਲਕੁਲ ਤ੍ਰਿਪਤੀ ਹੋ ਗਈ। ਸਾਡਾ ਢਿੱਡ ਭਰ ਜਾਵੇ ਨਾ, ਕਹਿੰਦੇ ਯਾਰ ਭਰ ਕੇ ਪੂੜੀਆਂ ਘਰ ਲੈ ਜੋ, ਦੁਪਹਿਰੇ ਖਾ ਲਵਾਂਗੇ, ਬੱਚੇ ਖਾ ਲੈਣਗੇ, ਉਹ ਵੀ ਰੱਜ ਜਾਂਦੇ, ਰੱਖ ਲਓ ਫਿਰ ਰਾਤੀ ਕੰਮ ਆ ਜਾਏਗਾ। ਬੰਦੇ ਦਾ ਮਨ ਨਹੀਂ ਭਰਦਾ। ਪਾਸ਼ਾ ਕਹਿੰਦੇ ਨਾ, ਇਹ ਬੜਾ ਔਖਾ ਭਰਦਾ, ਸੱਚੀ ਗੱਲ ਹੈ। ਕ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਉਹ ਰੱਬ ਦੇ ਪਿਆਰੇ ਪੀਵਤ ਅੰਮ੍ਰਿਤ ਨਾਮ, ਜਿਹਨੇ ਅੰਮ੍ਰਿਤ ਨਾਮ ਨਹੀਂ ਪੀਤਾ ਨਾ, ਉਹ ਕਦੀ ਰੱਜ ਨਹੀਂ ਸਕਦਾ। ਉਹਦੀ ਅੱਖਾਂ ਰੱਜ ਨਹੀਂ ਸਕਦੀਆਂ, ਉਹਦੀ ਜ਼ੁਬਾਨ ਬੋਲੇਗੀ, ਬੋਲੀ ਜਾਵੇਗੀ, ਰਜੇਗੀ ਨਹੀਂ, ਖਾਈ ਜਾਵੇਗੀ, ਰਜੇਗੀ ਨਹੀਂ, ਉਹਦੇ ਕੰਨ ਨਹੀਂ ਰਜਦੇ, ਉਹਦੀ ਵਾਸ਼ਨਾਵਾਂ ਤ੍ਰਿਪਤ ਨਹੀਂ ਹੁੰਦੀਆਂ। ਪਰ ਜਿਹੜਾ ਨਾਮ ਜਪਦਾ ਹੈ, ਨਾਮ ਰੂਪੀ ਅੰਮ੍ਰਿਤ ਨੂੰ ਪੀ ਲਵੇ, ਵਾਹਿਗੁਰੂ ਵਾਹਿਗੁਰੂ, ਉਹ ਰੱਬ ਦਾ ਪਿਆਰਾ ਰੱਜ ਜਾਂਦਾ ਹੈ। ਇਹ ਪਾਤਸ਼ਾਹ ਰਹਿਮਤ ਕਰਨ। ਬੇਨਤੀ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਲ ਇਸੇ ਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਦਰਸ਼ਨ ਦੀਦਾਰ ਯਾਤਰਾ ਆਰੰਭ ਹੋਈ ਸੀ, ਤੇ ਇੱਥੋਂ ਫੱਗਣ ਮਾਜਰਾ, ਫਿਰ ਅੱਗੇ ਖਾਲਸਾ ਜੀ ਲੰਗ, ਸਿੰਬੜੂ, ਅਗੌਲ, ਤੰਗੇੜਾ, ਰੋਟਾ ਤੇ ਰਾਮਪੁਰ। ਅੱਜ ਉੱਥੋਂ ਚਾਲੇ ਪਾ ਕੇ ਖਾਲਸਾ ਜੀ ਫਿਰ ਗੁਣੀ ਕੇ ਫਤਿਹਪੁਰ ਛੰਨਾ ਹੁੰਦੇ ਹੋਏ ਇਧਰੋਂ ਬਾਹਰੋਂ ਬਾਹਰ ਖਾਲਸਾ ਜੀ, ਫਿਰ ਦੋਦੜਾ, ਤੇ ਇੱਧਰ ਹੈ ਖਾਲਸਾ ਜੰਡ ਸਾਹਿਬ ਗੁਰਦੁਆਰਾ ਕੋਟਲੀ, ਉੱਥੋਂ ਫਿਰ ਸਮਾਣੇ, ਤੇ ਸਮਾਣੇ ਤੋਂ ਰਾਤ ਦਾ ਸਟੇ ਹੈ ਗੜੀ ਨਜ਼ੀਰ। ਨਜ਼ੀਰ ਖਾਂ ਦੀ ਹਵੇਲੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਸ਼ਹੀਦੀ ਵੇਲੇ ਗਏ ਨਾ, ਤੇ ਉਹ ਮਹਾਰਾਜ ਨੂੰ ਥੜਾ ਸਾਹਿਬ ਤੋਂ ਆਪਣੇ ਘਰ ਵਿੱਚ ਲੈ ਗਿਆ ਸੀ। ਤੇ ਉੱਥੇ ਪਾਤਸ਼ਾਹ ਦਾ ਅੱਜ ਨਗਰ ਕੀਰਤਨ ਦਾ ਸਟੇ ਹੈ ਰਾਤ ਦਾ। ਜਿਨ੍ਹਾਂ ਨੇ ਦਰਸ਼ਨ ਕਰਨੇ ਉਹ ਇੱਥੋਂ ਨਾਭੇ ਤੋਂ ਨਾਲ ਰਲ ਸਕਦੇ ਹਨ, ਜਿਹਨੇ ਕੱਲ ਦਰਸ਼ਨ ਕਰਨੇ ਉਹ ਗੜੀ ਨਜ਼ੀਰ ਤੋਂ ਰਲ ਸਕਦੇ ਹਨ, ਜਿਹਨੇ ਪਰਸੋਂ ਦਰਸ਼ਨ ਕਰਨੇ ਘਰਾਲੀ ਸਾਹਿਬ ਤੋਂ ਰਲ ਸਕਦੇ ਹਨ। ਇਸ ਤਰ੍ਹਾਂ ਸਮੇਂ ਅਨੁਸਾਰ ਆਪ ਜੀ ਇਹ 6 ਦਿਨ ਦੀ ਜਾਗਰਤੀ ਯਾਤਰਾ, ਉਹਦੇ ਬਾਰੇ ਵੀ ਸਰਵਣ ਕਰਨਾ, ਤੇ ਜਿਵੇਂ ਜਿਵੇਂ ਪਾਤਸ਼ਾਹ ਨੇ ਸਭ ਨੂੰ ਨਿਹਾਲ ਕੀਤਾ ਉਹ ਵੀ ਆਪ ਜੀ ਸਰਵਣ ਕਰਦੇ ਰਹਿਣਾ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।